ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਡੇ ਸਾਰੇ ਦਰਸ਼ਕਾਂ ਦਾ ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ। ਇਸ ਖਾਸ ਪੇਸ਼ਕਸ਼ ਦੇ ਵਿੱਚ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਜਿਹੜੇ ਵੀ ਕਾਰਜ ਕੀਤੇ ਜਾਂਦੇ ਨੇ ਉਸ ਦੀ ਜਾਣਕਾਰੀ ਦਿੰਦੇ ਹਾਂ। ਸੋ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਕੀ ਯੋਗਦਾਨ ਪਾਇਆ ਗਿਆ, ਪੂਰੀ ਖਬਰ ਤੇ ਨਜ਼ਰ ਪਾਵਾਂਗੇ। ਸ਼ੁਰੂਆਤ ਕਰਦੇ ਹਾਂ ਖਾਸ ਪੇਸ਼ਕਸ਼ ਦੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਬੀਤੇ ਹਫ਼ਤੇ ਦੀ ਗੱਲ ਕੀਤੀ ਜਾਵੇ ਤੇ ਬੀਤੇ ਹਫ਼ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਬੱਸਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਸਾਨਾਂ ਦੇ ਵਾਸਤੇ ਭੇਜੀਆਂ ਗਈਆਂ। ਇਹ 25 ਬੱਸਾਂ ਦੇ ਵਿੱਚ ਸਾਰੀਆਂ ਸੀਟਾਂ ਹਟਾ ਦਿੱਤੀਆਂ ਗਈਆਂ ਨੇ ਤੇ ਇੱਥੇ ਗੱਦੇ ਜਿਹੜੇ ਨੇ ਕਿਸਾਨਾਂ ਵਾਸਤੇ ਉਹ ਲਗਾ ਦਿੱਤੇ ਗਏ ਨੇ ਤਾਂ ਕਿ ਕਿਸਾਨ ਆਪਣੀ ਰਾਤ ਆਰਾਮ ਨਾਲ ਗੁਜ਼ਾਰ ਸਕਣ। ਜਾਇਜ਼ਾ ਲਿਆ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ ਔਰ ਮੋਬਾਈਲ ਨਾਈਟ ਸ਼ੈਲਟਰ ਵੈਨਸ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ। ਤੁਸੀਂ ਤਸਵੀਰਾਂ ਦੇਖ ਰਹੇ ਹੋ, ਇਹ तमाम ਬੱਸਾਂ ਦੇ ਵਿੱਚ ਜਿਹੜੀਆਂ ਨਾਈਟ ਸ਼ੈਲਟਰ ਤਿਆਰ ਕੀਤੀ ਗਈ ਹੈ ਕਿਸਾਨਾਂ ਦੇ ਵਾਸਤੇ, ਤਾਂ ਜੋ ਕਿਸਾਨ ਜੇਕਰ ਮੀਂਹ ਆਂਦਾ ਹੈ ਹਨੇਰੇ ਸਵੇਰੇ ਇਸ ਦੇ ਵਿੱਚ ਆ ਕੇ ਜਿਹੜਾ ਉਹ ਵਿਸ਼ਰਾਮ ਕਰ ਸਕਦੇ ਨੇ। ਇੱਕ ਵਾਰ ਅੰਦਰ ਦੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਕਿ ਅੰਦਰ ਕੀ ਕੁਝ ਇੰਤਜ਼ਾਮ ਹੈ। ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ तमाम ਮੈਂਬਰ ਮੌਜੂਦ ਨੇ। ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ। ਫਿਲਹਾਲ ਮੀਂਹ ਤੋਂ ਬਚਣ ਦੇ ਲਈ ਇਹ तमाम ਨਾਈਟ ਸ਼ੈਲਟਰ ਵੈਨ ਤਿਆਰ ਕੀਤੀ ਗਈ ਹੈ, ਜਿਸ ਦੇ ਵਿੱਚ ਕਰੀਬ 10 ਦੇ ਕਰੀਬ ਇਹ ਬੱਸਾਂ ਨੇ, ਜਿਸ ਦੇ ਵਿੱਚ ਇੱਕ ਬੱਸ ਦੇ ਵਿੱਚ ਕਰੀਬ 20 ਲੋਕ ਜਿਹੜੇ ਨੇ ਆਰਾਮ ਨਾਲ ਜਿਹੜਾ ਹੈ ਉਹ ਰਾਤੀ ਮੀਂਹ ਤੋਂ ਬਚ ਕੇ ਵਿਸ਼ਰਾਮ ਕਰ ਸਕਦੇ ਨੇ। ਬਾਕਾਇਦਾ ਜਿਹੜੀਆਂ ਨੇ ਦਰੀਆਂ, ਗੱਦੇ, ਰਜਾਈਆਂ, ਉਹਨਾਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਜੋ ਠੰਡ ਤੋਂ ਵੀ ਬਚਾ ਰਵੇ ਔਰ ਮੀਂਹ ਤੋਂ ਵੀ ਜਿਹੜਾ ਬਚਾ ਰਵੇ। ਮੀਂਹ ਕਾਰਨ ਜਿੱਥੇ ਲੰਗਰ ਦੀ ਵਿਵਸਥਾ ਵੀ ਜਿਹੜੀ ਹੈ ਉਹ ਡਗਮਗਾਈ ਹੈ, ਉੱਥੇ ਹੀ ਕਿਸਾਨਾਂ ਦੇ ਜਿਹੜੇ ਤੰਬੂ ਨੇ ਉਹਨਾਂ ਦੇ ਵਿੱਚ ਵੀ ਪਾਣੀ ਭਰ ਰਿਹਾ ਹੈ। ਲਗਭਗ ਇਹ 10 ਬੱਸਾਂ ਜਿਹੜੀਆਂ ਨੇ ਇੱਥੇ ਖੜੀਆਂ ਕੀਤੀਆਂ ਗਈਆਂ ਨੇ ਨਾਈਟ ਸ਼ੈਲਟਰ ਦੀਆਂ। ਤਸਵੀਰਾਂ ਤੁਸੀਂ ਦੇਖ ਰਹੇ ਹੋ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਾਰੀ ਟੀਮ ਇੱਥੇ ਮੌਜੂਦ ਹੈ। ਇਹ ਬੱਸਾਂ ਇੱਥੇ ਲਿਆ ਕੇ ਗੁਰੂ ਤੇਗ ਬਹਾਦਰ ਮੈਮੋਰੀਅਲ ਹੈ ਜੋ ਉਸ ਦੇ ਬਾਹਰ ਖੜੀਆਂ ਕੀਤੀਆਂ ਗਈਆਂ ਨੇ। ਇੱਕ ਵਾਰ ਮਨਜਿੰਦਰ ਸਿੰਘ ਸਿਰਸਾ ਔਰ ਹਰਮੀਤ ਸਿੰਘ ਕਾਲਕਾ ਪਹੁੰਚੇ ਹੋਏ ਨੇ, ਉਹਨਾਂ ਤੋਂ ਜਾਣਦੇ ਹਾਂ। ਕਾਲਕਾ ਜੀ, ਪਿਛਲੇ 2 ਦਿਨ ਤੋਂ ਕਿਸਾਨ ਜਿਹੜੇ ਨੇ ਉਹ ਮੌਸਮ ਦੀ ਮਾਰ ਦੇ ਨਾਲ ਜੂਝ ਰਹੇ ਨੇ, ਕੀ ਕੁਝ ਇੰਤਜ਼ਾਮ ਤੁਸੀਂ ਲੈ ਕੇ ਪਹੁੰਚੇ ਹੋ? ਦੇਖੋ, 2 ਦਿਨ ਤੋਂ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਔਰ ਜਿਹੜੀ ਪਰੇਸ਼ਾਨੀ ਕਿਸਾਨਾਂ ਨੂੰ ਆ ਰਹੀ ਹੈ, ਅਸੀਂ ਮਹਿਸੂਸ ਕੀਤਾ ਕਿ ਉਹਨਾਂ ਵਾਸਤੇ ਇੱਥੇ ਪੱਕੀਆਂ ਜਗ੍ਹਾ ਫੁੱਜੀਆਂ ਬਣਾਤੇ ਜਾਣ, ਜਿਹਦੇ ਕਰਕੇ ਥੱਲੇ ਪਾਣੀ ਜਿਹੜਾ ਇਕੱਠਾ ਹੁੰਦਾ ਉਹਦੀ ਪ੍ਰੋਬਲਮ ਨਾ ਆਏ। ਸੋ ਆਪਾਂ ਜਿਹੜੀਆਂ ਅੱਜ 25 ਬੱਸਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸੀਂ ਲੈ ਕੇ ਆਏ ਹਾਂ ਔਰ ਆਪਣੇ ਕਿਸਾਨ ਵੀਰਾਂ ਲਈ ਜਿਹਦੇ ਵਿੱਚ ਵਿਸ਼ਰਾਮ ਘਰ ਬਣਾਏ ਗਏ, ਜਿਹਦੇ ਵਿੱਚ ਪਹਿਲੇ ਕਾਰਪੇਟ ਵਿਛਾਇਆ ਗਿਆ, ਫਿਰ ਉਹਦੇ ਉੱਪਰ ਗੱਦੇ ਵਿਛਾਏ ਗਏ, ਨਾਲ ਕੰਬਲ ਵਗੈਰਾ ਨਾਲ ਰੱਖੇ ਆ। ਜੋ ਸੁਵਿਧਾ ਲੇਡੀਜ਼ ਦਾ ਅਲੱਗ ਸੈਕਸ਼ਨ ਬਣਾਏ ਗਏ ਨੇ, ਅਲੱਗ ਬੱਸਾਂ ਅਲੱਗ ਉਹਨਾਂ ਵਾਸਤੇ ਤਿਆਰ ਕੀਤੀਆਂ ਗਈਆਂ ਤਾਂ ਕਿ ਜਿਨ੍ਹਾਂ ਨੂੰ ਲੋੜ ਪਈ ਹੈ, ਕਿਉਂਕਿ ਜਿਹੜੇ ਨਾਈਟ ਸ਼ੈਲਟਰਸ ਦੇ ਵਿੱਚ ਉੱਥੇ ਟੈਂਟਾਂ 'ਚ ਰਹਿ ਰਹੇ ਸੀ ਉਹ ਬੱਸਾਂ 'ਚ ਰਹਿ ਸਕਣ। ਤਾਂ ਮੈਂ ਸਮਝਦਾ ਕਿ ਇਹ ਜਿਹੜੀ ਸੁਵਿਧਾ ਹੈ ਉਹਨਾਂ ਨੂੰ ਕੰਮ ਆਏਗੀ ਔਰ ਕਿਉਂਕਿ ਸਮਾਂ ਮੌਸਮ ਇਹੋ ਜਿਹਾ ਹੈ ਔਰ ਸਰਦੀ ਤੋਂ ਵੀ ਨਿਜਾਤ ਮਿਲੇਗੀ ਔਰ ਪਾਣੀ ਤੋਂ ਵੀ ਨਿਜਾਤ। ਕਾਲਕਾ ਜੀ, ਕਿਸਾਨਾਂ ਦੇ ਹੌਸਲੇ ਇਸ ਵੇਲੇ ਵੀ ਬੁਲੰਦ ਨੇ, ਭਾਵੇਂ 2 ਦਿਨ ਤੋਂ ਮੌਸਮ ਦੀ ਮਾਰ ਜਿਹੜੀ ਉਹ ਪੈ ਰਹੀ ਹੈ। ਲੰਗਰ ਦੀ ਵਿਵਸਥਾ ਜਿਹੜੀ ਉਹ ਡਗਮਗਾ ਗਈ ਸੀ ਔਰ ਦਿੱਲੀ ਕਮੇਟੀ ਵੱਲੋਂ ਵੀ ਜਿਹੜਾ तमाम ਇੰਤਜ਼ਾਮ ਕੀਤੇ ਗਏ। ਪੰਜਾਬ ਤੋਂ ਵੀ ਲਗਾਤਾਰ ਲੰਗਰ ਆ ਰਿਹਾ, ਪਰ ਫਿਰ ਵੀ ਕਿਸਾਨ ਜਿਹੜੇ ਨੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ। ਦੇਖੋ, ਮੈਂ ਸਮਝਦਾ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਔਰ ਕਿਉਂਕਿ ਇਹ ਅੰਨਦਾਤਾ ਆਪਣੇ ਹੱਕਾਂ ਦੀ ਲੜਾਈ ਲਈ ਲੜਨ ਆਏ ਨੇ ਇੱਥੇ ਔਰ ਜਿਹੜੇ ਹੱਕਾਂ ਦੀ ਲੜਾਈ ਲੜ ਰਹੇ ਨੇ ਖਾਲੀ ਆਪਣੇ ਨਹੀਂ ਲੜ ਰਹੇ, ਪੂਰੇ ਦੇਸ਼ ਲਈ ਲੜ ਰਹੇ ਨੇ। ਦੇਸ਼ ਦੇ ਅੱਜ ਲੋਕਾਂ ਨੂੰ ਸਮਝ ਨਹੀਂ ਆ ਰਹੀ ਹੈ। ਅੱਜ ਲੋਕ ਸਿਰਫ ਕਿਸਾਨਾਂ ਦੀ ਲੜਾਈ ਸਮਝ ਰਹੇ ਨੇ, ਮਗਰ ਇਹ ਛੋਟੇ ਤੋਂ ਛੋਟੇ ਕੰਜ਼ਿਊਮਰ ਦੀ ਵੀ ਲੜਾਈ ਹੈ। ਜਦ ਮਹਿੰਗਾਈ ਵਧੇਗੀ, ਅਗਰ ਇਸ ਕਾਨੂੰਨ ਨੂੰ ਅਗਰ ਲਾਗੂ ਹੋ ਗਿਆ ਤੇ ਇਹਦੇ ਕਰਕੇ ਨੁਕਸਾਨ ਸਾਰੀ ਕਮਿਊਨਿਟੀ ਨੂੰ, ਪੂਰੇ ਹਿੰਦੁਸਤਾਨ ਨੂੰ ਹੋਣਾ। ਸੋ ਇਹ ਲੋਕਾਂ ਨੂੰ ਹਲੇ ਪ੍ਰੋਪਰ ਸਮਝ ਨਹੀਂ ਆ ਰਹੀ, ਮਗਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਲੜਾਈ ਨੂੰ ਆਗਾਜ਼ ਕੀਤਾ, ਜਿਸ ਲੜਾਈ ਨੂੰ ਅੱਗੇ ਵੱਧ ਕੇ ਲੜ ਰਹੇ ਨੇ, ਗੁਰੂ ਮਹਾਰਾਜ ਇਹਨਾਂ ਦੇ ਨਾਲ ਨੇ ਔਰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਗੇ। ਦਿੱਲੀ ਦੀ ਸਮੁੱਚੀ ਸੰਗਤ ਇਹਨਾਂ ਦੇ ਨਾਲ ਇਹਨਾਂ ਦੀ ਸੇਵਾ ਲਈ ਖਲੋਤੀ ਹੈ। ਇੱਕ ਚੀਜ਼ ਬੜੀ ਬੇਹੱਦ ਜ਼ਰੂਰੀ ਹੈ ਜਾਣਨੀ, ਦਿੱਲੀ ਤੋਂ ਜਿਹੜਾ ਹੈ ਉਹ तमाम ਵਰਗਾਂ ਦੇ ਲੋਕ ਆ ਰਹੇ ਨੇ, ਖਾਸ ਕਰ ਬੱਚੇ ਆ ਰਹੇ ਨੇ। ਬੱਚੇ ਇਸ ਅੰਦੋਲਨ ਤੋਂ ਬੜੀ ਵੱਡੀ ਸਿੱਖਿਆ ਲੈ ਰਹੇ ਨੇ। ਦੇਖੋ, ਮੈਂ ਸਮਝਦਾ ਕਿ ਲੋਕਾਂ ਨੇ ਇਤਿਹਾਸ ਪੜ੍ਹਿਆ, ਮਗਰ ਅੱਜ ਬੱਚੇ ਉਸ ਇਤਿਹਾਸ ਦਾ ਹਿੱਸਾ ਬਣਨ ਜਾ ਰਹੇ, ਜਿਹੜੇ ਆਉਣ ਵਾਲੀ ਸਦੀਆਂ ਦੇ ਵਿੱਚ ਲੋਕ ਦੱਸਣਗੇ ਕਿ ਇਸ ਤਰੀਕੇ ਦੇ ਨਾਲ ਇੱਕ ਜ਼ਾਲਿਮ ਹਕੂਮਤ ਨੇ ਇੱਥੇ ਤਸ਼ੱਦਦ ਢਾਈ ਸੀ ਕਿਸਾਨਾਂ ਦੇ ਉੱਤੇ ਔਰ ਉਸ ਦਾ ਹਿੱਸਾ ਬਣਨ ਵਾਸਤੇ ਲੋਕ ਆਪਣੇ ਆਪ ਨੂੰ ਆਏ ਨੇ। ਮੈਨੂੰ ਕੱਲ ਬੜੀ ਖੁਸ਼ੀ ਹੋਈ, ਮੈਂ ਅੱਜ ਸਵੇਰੇ ਡਿਸਕਸ ਕਰ ਰਿਹਾ ਸੀ ਕਿ ਦਿੱਲੀ ਦੀ ਇੱਕ ਪੌਸ਼ ਕਾਲੋਨੀ ਦੇ ਬੱਚੇ ਔਰ ਜਿਹੜੇ ਜਿਨ੍ਹਾਂ ਦੇ ਪਰਿਵਾਰ, ਜਿਨ੍ਹਾਂ ਦੀ ਮਿਸਿਸ, ਜਿਨ੍ਹਾਂ ਦੇ ਉਹਨਾਂ ਨੇ ਇੱਕ ਇੱਥੇ ਬਲੱਡ ਕੈਂਪ ਵੀ ਲਾਏ ਔਰ ਉਹਨਾਂ ਨੇ ਆਪਣੀ ਗੱਲ ਕੀਤੀ ਆਪਣੇ ਬੱਚਿਆਂ ਨੂੰ, ਜਿੱਦਾਂ ਖੁਸ਼ ਹੋਏ ਕਿ ਸਾਡੇ ਬੱਚਾ ਸੇਵਾ ਕਰਕੇ ਆਏ। ਉਹਨਾਂ ਨੇ ਹੋਰ ਲੋਕਾਂ ਨੂੰ ਵੀ ਪ੍ਰੇਰਿਤ ਕੀਤਾ। ਮੈਂ ਸਮਝਦਾ ਕਿ ਇਹ ਵੱਡੇ ਤੋਂ ਵੱਡੇ
ਘਰਾਂ ਦੇ ਵਿੱਚ ਔਰ ਜਿਹੜੇ ਵੀ ਲੋਕ ਕਿਸਾਨੀ ਨਾਲ ਜੁੜੇ ਨੇ ਸਾਰੇ ਇਹਦੇ ਵਿੱਚ ਜੁੜੇ ਹੋਏ ਨੇ। ਸੋ ਲੋਕ ਇਸ ਮੁਹਿੰਮ ਦੇ ਨਾਲ ਰੋਜ਼ ਦੇ ਰੋਜ਼ ਵਧ ਰਹੇ ਨੇ। ਇਹ ਸਰਕਾਰਾਂ ਨੂੰ ਸਮਝਣਾ ਚਾਹੀਦਾ। ਸੋ ਬਹੁਤ ਬਹੁਤ ਧੰਨਵਾਦ ਕਾਲਕਾ ਜੀ। ਇੱਕ ਵਾਰ ਤੁਹਾਨੂੰ ਤਸਵੀਰ ਦਿਖਾ ਦਿੰਦੇ ਆ ਕਿਸ ਤਰੀਕੇ ਦੇ ਇੰਤਜ਼ਾਮ ਇਸ ਵੇਲੇ ਕੀਤੇ ਗਏ ਨੇ ਔਰ ਤਸਵੀਰ ਤੁਹਾਨੂੰ ਦਿਖਾ ਦਈਏ ਲਗਭਗ 25 ਬੱਸਾਂ ਜਿਸ ਤਰ੍ਹਾਂ ਕਾਲਕਾ ਜੀ ਨੇ ਕਿਹਾ ਉਹ ਪਹੁੰਚੀਆਂ ਨੇ ਔਰ ਬੜੇ ਪੁਖਤਾ ਔਰ ਵਧੀਆ ਇੰਤਜ਼ਾਮ ਕੀਤੇ ਗਏ ਨੇ। ਠੰਡ ਔਰ ਜਿਹੜਾ ਹੈ ਬਾਰਿਸ਼ ਤੋਂ ਬਚਣ ਦੇ ਲਈ ਬਕਾਇਦਾ ਥੱਲੇ ਮੈਟ ਦਰੀਆਂ ਵਿਛਾਈਆਂ ਗਈਆਂ ਨੇ ਔਰ ਗਰਮ ਕੰਬਲ ਔਰ ਰਜਾਈਆਂ ਵੀ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ ਨੇ ਕਿ ਕਿਸਾਨ ਜਿਹੜੇ ਨੇ ਉਹ ਠੰਡ ਔਰ ਮੀਂਹ ਤੋਂ ਜਿਹੜਾ ਬਚਾਅ ਰੱਖ ਸਕਣ। ਤੁਸੀਂ 25 ਬੱਸਾਂ ਦੀ ਗੱਲ ਕੀਤੀ, ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਇੰਤਜ਼ਾਮ ਵਾਟਰਪ੍ਰੂਫ ਟੈਂਟ ਹੋਣ ਜਾਂ ਹੋਰ ਇੰਤਜ਼ਾਮ? ਤਕਰੀਬਨ ਇੱਕ ਬੱਸ ਦੇ ਵਿੱਚ 15 ਤੋਂ 16 ਬੰਦੇ ਇੱਥੇ ਰੁਕ ਸਕਦੇ ਨੇ ਕਿਉਂਕਿ ਵੱਡੀਆਂ ਬੱਸਾਂ ਵੀ ਨੇ ਛੋਟੀ ਬੱਸਾਂ ਵੀ ਨੇ। ਔਨ ਐਨ ਐਵਰੇਜ 17-18 ਬੰਦੇ ਰੁਕ ਸਕਦੇ ਨੇ। ਤਾਂ ਮੈਂ ਸਮਝਦਾ ਵਾਂ ਕਿ ਜੋ ਵੀ 25 ਬੱਸਾਂ ਅੱਜ ਆ ਰਹੀਆਂ ਨੇ ਔਰ ਉਹਦੇ ਨਾਲ ਜਿਹੜੀਆਂ ਵੀ ਅੱਗੋਂ ਲੋਡ ਪਏਗੀ ਰਿਕੁਆਇਰਮੈਂਟ ਦੇ ਉੱਤੇ ਅਸੀਂ ਪ੍ਰਾਈਵੇਟ ਬੱਸਾਂ ਵੀ ਲਾਂਗੇ। ਇਹ ਤੇ ਉਹ ਬੱਸਾਂ ਅਸੀਂ ਲੈ ਕੇ ਆਏ ਹਾਂ ਆਪਣੇ ਸਕੂਲਸ ਦੇ ਵਿੱਚ ਜਿਹੜੀਆਂ ਸਾਡੀਆਂ ਖੜੀਆਂ ਸੀ, ਸਾਡੀਆਂ ਆਪਣੀਆਂ ਬੱਸਾਂ ਨੇ। ਇਹਦੇ ਇਲਾਵਾ ਅਗਰ ਸਾਨੂੰ ਪ੍ਰਾਈਵੇਟ ਉਹਨਾਂ ਕੋਲੋਂ ਟਰਾਂਸਪੋਰਟਰਸ ਕੋਲ ਵੀ ਲੈਣੀਆਂ ਪੈਣਗੀਆਂ ਤਾਂ ਅਸੀਂ ਉਹ ਵੀ ਲੈ ਕੇ ਆਵਾਂਗੇ। ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਾਰੇ ਨਵੇਂ ਕੰਬਲਾਂ ਦਾ ਨਵੇਂ ਗੱਦਿਆਂ ਦਾ ਇੰਤਜ਼ਾਮ ਕੀਤਾ ਗਿਆ ਤਾਂ ਕਿ ਸਾਡੇ ਕਿਸਾਨ ਭਰਾਵਾਂ ਨੂੰ ਇਹ ਨਾ ਲੱਗ ਸਕੇ ਕਿ ਉਹ ਆਪਣੇ ਘਰ ਤੋਂ ਦੂਰ ਨੇ। ਉਹਨਾਂ ਨੂੰ ਹਰ ਸੁਵਿਧਾ ਮੁਹੱਈਆ ਕਰਾਉਣ ਵਾਸਤੇ ਅਸੀਂ ਹਮੇਸ਼ਾ ਤਤਪਰ ਰਹਾਂਗੇ। ਸੋ ਬਿਲਕੁਲ ਜਿਸ ਤਰ੍ਹਾਂ ਕਾਲਕਾ ਜੀ ਨੇ ਕਿਹਾ ਇੱਕ ਬੱਸ ਦੇ ਵਿੱਚ ਲਗਭਗ ਜਿਹੜੇ ਨੇ 17 ਤੋਂ 20 ਬੰਦੇ ਜਿਹੜੇ ਇੱਕ ਟਾਈਮ ਦੇ ਵਿੱਚ ਵਿਸ਼ਰਾਮ ਕਰ ਸਕਦੇ ਨੇ ਔਰ ਬੇहद ਜ਼ਰੂਰੀ ਗੱਲ ਜਿਸ ਤਰੀਕੇ ਦੇ ਨਾਲ 2 ਦਿਨ ਤੋਂ ਮੌਸਮ ਦੀ ਮਾਰ ਪੈ ਰਹੀ ਹੈ ਉਸ ਕਰਕੇ ਜਿਹੜਾ ਹੈ ਕਿਸਾਨਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ। ਮਨਜਿੰਦਰ ਸਿੰਘ ਸਿਰਸਾ ਜੀ ਵੀ ਨਾਲ ਨੇ। ਸਿਰਸਾ ਜੀ 2 ਦਿਨ ਤੋਂ ਕਿਸਾਨ ਜਿਹੜੇ ਨੇ ਮੌਸਮ ਦੀ ਮਾਰ ਝੇਲ ਰਹੇ ਨੇ। ਅੱਜ ਕਮੇਟੀ ਵੱਲੋਂ ਬੜਾ ਵਧੀਆ ਉਪਰਾਲਾ ਕੀਤਾ ਗਿਆ। ਕਿੰਨੀਆਂ ਬੱਸਾਂ ਲੈ ਕੇ ਪਹੁੰਚੇ ਹੋ? ਇਹ ਪਹਿਲੇ ਲੋਟ ਅੰਦਰ ਸਾਡੇ ਕੋਲ 25 ਬੱਸਾਂ ਸੀ ਉਹ ਅਸੀਂ ਤਿਆਰ ਕਰਾਈਆਂ ਨੇ ਜਿਹੜੀਆਂ ਸਾਰੇ ਬਾਰਡਰਾਂ ਤੇ ਭੇਜੀਆਂ ਜਾ ਰਹੀਆਂ ਨੇ ਔਰ ਇਸ ਦੇ ਇਲਾਵਾ ਵੀ ਸਾਨੂੰ ਹੁਣ ਆਪਣੇ ਜਿਹੜੇ ਸਾਡੇ ਕੰਟਰੈਕਟਰ ਸੀ ਬੱਚਿਆਂ ਦੇ ਜਿਹੜੇ ਸਕੂਲਾਂ 'ਚ ਲੱਗੇ ਸੀਗੇ ਉਹਨਾਂ ਵੱਲੋਂ ਆਫਰ ਆ ਰਹੀਆਂ ਨੇ ਕਿ ਉਹ ਵੀ ਆਪਣੀ ਬੱਸਾਂ ਦੇਣਗੇ। ਸੋ ਜਿੰਨੀਆਂ ਵੀ ਲੋਡ ਹੋਰ ਵੀ ਪਊਗੀ ਸਾਡੀ ਕੋਸ਼ਿਸ਼ ਇਹ ਹੈ ਕਿ ਮੈਕਸਿਮਮ ਬੱਸਾਂ ਲਿਆਂਦੀਆਂ ਜਾਣ ਤਾਂ ਕਿ ਜਿਹੜੀ ਬਰਸਾਤ ਦੇ ਅੰਦਰ ਜਿਹੜੀ ਦਿੱਕਤ ਆਉਂਦੀ ਪਈ ਆ ਠੰਡ ਦੀ ਦਿੱਕਤ ਆਉਂਦੀ ਪਈ ਆ ਉਹ ਤੋਂ ਨਿਜਾਤ ਪਾਇਆ ਜਾ ਸਕੇ ਔਰ ਇਹ ਉਪਰਾਲੇ ਦੀ ਸ਼ੁਰੂਆਤ ਆ। ਅੱਗੇ ਜਿਵੇਂ ਲੋਡ ਪਊਗੀ ਹੋਰ ਵੀ ਇਸੇ ਤਰ੍ਹਾਂ ਹੀ ਤਿਆਰੀ ਕਰਦੇ ਰਹਾਂਗੇ। ਲਗਾਤਾਰ ਕਿਸਾਨ ਜਿਹੜੇ ਇਸ ਅੰਦੋਲਨ ਦੇ ਵਿੱਚ ਬਣੇ ਹੋਏ ਨੇ ਸਰਕਾਰਾਂ ਨੂੰ ਉਮੀਦ ਸੀ ਕਿ ਡਰ ਜਾਣਗੇ ਜਾਂ ਲੰਬਾ ਖਿੱਚਾਂਗੇ ਤੇ ਵਾਪਸ ਚਲੇ ਜਾਣਗੇ। ਮੀਂਹ ਦੀ ਜਿਹੜੀ ਆ ਮਾਰ ਪਈ ਉਸ ਤੋਂ ਇਲਾਵਾ ਧੁੰਦ ਦੀ ਉਸ ਦੀ ਤਮਾਮ ਮਾਰ ਝੇਲਦੇ ਹੋਏ ਅੱਜ ਵੀ ਕਿਸਾਨ ਚੜ੍ਹਦੀ ਕਲਾ 'ਚ ਨੇ। ਬਿਲਕੁਲ ਨੇ ਤਾਂ ਹੀ ਨਾ ਦੇਖੋ ਅੱਜ ਇਹ ਪਤਾ ਨਹੀਂ ਸ਼ਾਇਦ ਗਰਮੀਆਂ ਵੀ ਇੱਥੇ ਕੱਟਣੀਆਂ ਪੈਣ ਇਸ ਕਰਕੇ ਏਸੀ ਬੱਸਾਂ ਵੀ ਲਿਆਂਦੀਆਂ ਨੇ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਜਿੰਨਾ ਤੁਸੀਂ ਲਮਕਾਉਂਦੇ ਪਏ ਜੇ ਇਹ ਸੋਚ ਕੇ ਲਮਕਾਉਂਦੇ ਪਏ ਜੇ ਵੀ ਇਹ ਲਟਕ ਜੂਗਾ ਤੇ ਸ਼ਾਇਦ ਕਿਸਾਨ ਚਲੇ ਜਾਣਗੇ। ਜਿੰਨਾ ਲੰਬਾ ਕਰੋਗੇ ਓਨਾ ਹੀ ਸਮਾਨ ਹੋਰ ਆਉਂਦਾ ਜਾਊਗਾ। ਪਰਮਾਨੈਂਟ ਘਰਾਂ ਦੇ ਲੈਂਟਰ ਵੀ ਪੈਣ ਲੱਗ ਪੈਣਗੇ। ਜੇ ਮਹੀਨਾ ਅਗਰ ਹੋਰ ਨਾ ਕੱਢਿਆ ਤੇ ਫਿਰ ਇੱਥੇ ਲੈਂਟਰ ਵੀ 2-2 ਮੰਜ਼ਿਲ ਪੈਣ ਲੱਗ ਪੈਣੇ ਆ। ਸਰਕਾਰ ਨੇ ਇੱਕ ਚੀਜ਼ ਕਹੀ ਸੀ ਵੀ ਸ਼ਾਹੀਨ ਬਾਗ ਦੀ ਤਰ੍ਹਾਂ ਇਹਨੂੰ ਖਿੱਚਿਆ ਜਾ ਰਿਹਾ। ਇਸ ਅੰਦੋਲਨ ਦੀ ਸ਼ਾਹੀਨ ਬਾਗ ਨਾਲ ਤੁਲਨਾ ਕਰਨੀ ਸਹੀ ਹੈ ਕਿ ਉਹ ਜਾਣਬੁੱਝ ਕੇ ਕਰਦੇ ਪਏ ਨੇ? ਅਸੀਂ ਸਟਰੋਂਗਲੀ ਪੋਸੀਬਲ ਵਰਡਸ ਇਹਨੂੰ ਕੰਡੈਮ ਕਰਦੇ ਪਰ ਸਰਕਾਰ ਜਾਣਬੁੱਝ ਕੇ ਕਰਦੀ ਪਈ ਆ। ਸਰਕਾਰ ਚਾਹੁੰਦੀ ਆ ਵੀ ਇਹ ਮਾਹੌਲ ਬਣੇ। ਸਰਕਾਰ ਚਾਹੁੰਦੀ ਆ ਕਿ ਕਿਸੇ ਨਾ ਕਿਸੇ ਤਰੀਕੇ ਲੋਕਾਂ ਦੇ ਦਿਮਾਗ 'ਚ ਗੱਲ ਪਾਈ ਜਾਵੇ ਕਿ ਜਿਵੇਂ ਸ਼ਾਹੀਨ ਬਾਗ ਵਾਲੇ ਲੋਕ ਬੈਠੇ ਸੀ ਹੁਣ ਇਹ ਵੀ ਲੋਕ ਉਸੇ ਤਰ੍ਹਾਂ ਬੈਠੇ ਆ। ਸੋ ਕਿਤੇ ਨਾ ਕਿਤੇ ਸਾਨੂੰ ਬਦਨਾਮ ਕਰਨ ਦੀ ਬੜੀ ਜ਼ਬਰਦਸਤ ਰਣਨੀਤੀ ਆ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਕੋਵਿਡ ਦੇ ਅੰਦਰ ਲੋਕਾਂ ਨੇ ਮਹਾਨ ਸੇਵਾਵਾਂ ਦੇਖੀਆਂ ਨੇ ਅੱਜ ਲੋਕਾਂ ਨੂੰ ਪਤਾ ਹੈ ਜਿੰਨਾ ਮਰਜ਼ੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਜਿਹੜੇ ਕੱਲ ਤੱਕ ਤੁਹਾਡੀ ਨਜ਼ਰਾਂ 'ਚ ਦੇਵਤੇ ਸੀ ਉਹ ਇੱਕ ਦਿਨ ਅੰਦਰ ਦੈਂਤ ਨਹੀਂ ਬਣ ਸਕਦੇ। ਬਹੁਤ ਬਹੁਤ ਧੰਨਵਾਦ ਸਰ। ਸੋ ਮਨਜਿੰਦਰ ਸਿੰਘ ਸਿਰਸਾ ਔਰ ਦਿੱਲੀ ਕਮੇਟੀ ਦੀ तमाम ਟੀਮ ਔਰ तमाम ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਕਿ ਸਰਕਾਰ ਦੀਆਂ ਇਹ ਚਾਲਾਂ ਨੇ ਕਿ ਇਸ ਅੰਦੋਲਨ ਦੀ ਤੁਲਨਾ ਜਿਹੜੀ ਉਹ ਸ਼ਾਹੀਨ ਬਾਗ ਨਾਲ ਕੀਤੀ ਜਾ ਰਹੀ ਹੈ ਪਰ ਜੋ ਮਾਰ ਕਿਸਾਨ ਝੇਲ ਰਹੇ ਨੇ ਪਿਛਲੇ 2 ਦਿਨ ਤੋਂ ਉਸ ਨੂੰ ਲੈ ਕੇ ਇੱਕ ਵਧੀਆ ਉਪਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਲਗਭਗ 25 ਬੱਸਾਂ ਲਗਾਈਆਂ ਗਈਆਂ ਨੇ ਔਰ ਜ਼ਰੂਰਤ ਪੈਣ ਤੇ ਹੋਰ ਟਰਾਂਸਪੋਰਟਾਂ ਨਾਲ ਜਿਹੜਾ ਸੰਪਰਕ ਕਰਕੇ ਹੋਰ ਜਿਹੜਾ ਸੁਵਿਧਾ ਉਹ ਵੀ ਮੁਹੱਈਆ ਕਰਾਈ ਜਾਏਗੀ। कैमरा पर्सन शशि ਦੇ ਨਾਲ ਜਸਮੀਤ ਸਿੰਘ PTC ਨਿਊਜ਼ ਸਿੰਘੂ ਬਾਰਡਰ। ਗੁੰਜਾ ਸੈਕਵਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਸਾਨੀ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਲਗਾਤਾਰ ਪਾਇਆ ਜਾ ਰਿਹਾ ਤੇ ਇੱਥੇ ਲੰਗਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿਸਾਨਾਂ ਦੇ ਲਈ ਲਗਾਤਾਰ ਚਲਾਇਆ ਜਾ ਰਿਹਾ। ਇਸ ਵਾਰ ਮੁੰਬਈ ਤੋਂ ਵੀ ਸੰਗਤ ਆਈ ਹੈ ਜਿਹੜੀ 2 ਟਨ ਦੇ ਕਰੀਬ ਖਜੂਰ ਲੈ ਕੇ ਆਈ ਹੈ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਸੰਗਤ ਦਾ ਸਵਾਗਤ ਕੀਤਾ ਹੈ। ਉੱਥੇ ਹੀ ਆਪ ਖਜੂਰ ਸੰਗਤਾਂ ਦੇ ਵਿੱਚ ਵਰਤਾਏ ਵੀ ਨੇ। ਪਹਿਲੇ ਦਿਨ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਇੱਥੇ ਮੌਜੂਦ ਹੈ। ਟੀਮ ਜਿਹੜੀ ਹੈ ਉਹਨਾਂ ਨਾਲ ਗੱਲ ਕਰਦੇ ਹਾਂ। ਮਨਜਿੰਦਰ ਸਿੰਘ ਸਿਰਸਾ ਜੀ ਨਾਲੇ। ਸਿਰਸਾ ਸਾਹਿਬ ਹੁਣ ਵੱਖ-ਵੱਖ ਵਾਰਡਾਂ ਤੋਂ ਲਗਾਤਾਰ ਸੰਗਤ ਆ ਰਹੀ ਹੈ ਕੀ ਕੁਝ ਇੱਥੇ ਆ ਕਿ ਉਹਨਾਂ ਦਾ ਕਿਸ ਤਰ੍ਹਾਂ ਦਾ ਤਜਰਬਾ? ਦੇਖੋ ਵਾਰਡ ਤੇ ਦਿੱਲੀ ਦੇ ਨੇ ਆ ਮੁੰਬਈ ਤੋਂ ਸੰਗਤ ਆਈ ਆ ਗੱਡੀਆਂ ਲੈ ਕੇ ਆਏ ਨੇ ਖਜੂਰਾਂ ਵੀ ਲੈ ਕੇ ਆਏ ਨੇ 2 ਟਨ ਇੱਥੇ ਬੰਬੇ ਤੋਂ ਚੱਲ ਕੇ ਆਏ ਨੇ ਮਹਾਰਾਸ਼ਟਰ ਤੋਂ
ਸੈਨੀਟਾਈਜ਼ਰ ਦੀ ਗੱਡੀ ਇੱਕ ਸੈਨੀਟਾਈਜ਼ਰ ਦੀਆਂ ਗੱਡੀਆਂ ਲੈ ਕੇ ਆਏ ਨੇ, ਉਹ ਵੀ ਵੱਡੀਆਂ ਮਸ਼ੀਨਾਂ ਵਾਲੀਆਂ, ਜਿਹੜੀਆਂ ਸਾਰਾ ਇਲਾਕਾ ਸੈਨੀਟਾਈਜ਼ ਕਰਨਗੀਆਂ। ਮੱਖੀਆਂ ਭੱਜ ਜਾਣਗੀਆਂ, ਮੱਖੀਆਂ ਦੇ ਨਾਲ ਉਹ ਬਿਮਾਰੀਆਂ ਭੱਜ ਜਾਣਗੀਆਂ। ਜਿਹੜੇ ਕਿਸਾਨ ਅੰਦੋਲਨ ਅੰਦਰ ਰੋੜਾ ਬਣੀਆਂ ਹੋਈਆਂ ਨੇ, ਉਹ ਬਿਮਾਰੀਆਂ ਵੀ ਭੱਜ ਜਾਣਗੀਆਂ। ਕਿਉਂ ਜੀ? ਠੀਕ ਆ ਨਾ ਜੀ? ਇਹ ਸਾਰਾ ਇੰਤਜ਼ਾਮ ਕਰਕੇ ਲਿਆਏ ਆ, ਸਾਨੂੰ ਕਹਿਣ ਦੀ ਲੋੜ ਨਹੀਂ। ਕਹਿੰਦੇ ਸਮਝਦਾਰ ਕੋਈ ਇਸ਼ਾਰਾ ਕਾਫੀ, ਇਸ਼ਾਰਾ ਤੁਹਾਨੂੰ ਹੋ ਗਿਆ, ਉਹ ਵਾਲੀ ਬਿਮਾਰੀ ਮਾਰਨ ਵਾਸਤੇ ਲੈ ਆਉਂਦੇ ਨੇ ਇੱਥੇ ਚੀਜ਼। ਤੋ ਇਸ ਕਰਕੇ ਇਹ ਦੇਸ਼ ਦਾ ਅੰਦੋਲਨ ਹੈ। ਇਸ ਵੇਲੇ ਦੇਸ਼ ਔਰ ਦੁਨੀਆ 'ਚ ਜੋ ਇਹਨੂੰ ਸਮਰਥਨ ਮਿਲਦਾ ਪਿਆ ਹੈ, ਉਹ ਕਦੀ ਦੁਨੀਆ 'ਚ ਦੇਖਿਆ ਨਹੀਂ ਗਿਆ। ਪਿਛਲੀ ਮੀਟਿੰਗ ਜਿਹੜੀ ਉਹ ਬੇਸਿਕਟਾ ਰਹੀ ਹੈ ਕਿਸਾਨਾਂ ਦੀ ਔਰ ਸਰਕਾਰੀ ਮੰਤਰੀਆਂ ਦੀ ਤਲਖੀ ਵੀ ਹੋਈ ਹੈ। ਇਸ ਦੇ ਰੋਸ ਵਜੋਂ ਕਿਸਾਨਾਂ ਨੇ ਜਿਹੜਾ ਖਾਣਾ ਖਾਣ ਤੋਂ ਵੀ ਮਨਾ ਕਰ ਦਿੱਤਾ, ਚਾਹ ਪਾਣੀ ਪੀਣ ਤੋਂ ਵੀ ਮਨਾ ਕਰ ਦਿੱਤਾ ਰੋਸ ਵਜੋਂ, ਔਰ ਫਿਰ ਵੀ ਜਿਹੜੀ ਹੈ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਨਹੀਂ, ਸਰਕਾਰ ਟੱਸ ਵੀ ਹੋ ਰਹੀ ਆ ਤੇ ਮੱਸ ਵੀ ਹੋ ਰਹੀ ਆ। ਸਰਕਾਰ ਨੂੰ ਸਰਕਾਰ ਦੀ ਆਕੜ ਮਾਰੀ ਜਾ ਰਹੀ ਆ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਆਕੜ ਕਿੰਨੇ ਦਿਨ ਤੱਕ ਰੱਖੋਗੇ? ਕਦੀ ਸਰਕਾਰ ਕਹਿ ਦਿੰਦੀ ਆ ਕਿ ਇਹ ਲੋਕ ਵੱਖਵਾਦੀ ਅੱਤਵਾਦੀ ਆ। ਹੁਣ ਅੱਜ ਕੱਲ੍ਹ ਨਵਾਂ ਕੰਮ ਸ਼ੁਰੂ ਕਰਤਾ, ਕਹਿੰਦੇ ਪਿਕਨਿਕ ਮਨਾਉਣ ਆਏ ਨੇ। ਅੱਛਾ ਵੀ ਇਹਦਾ ਮਤਲਬ ਹੋ ਗਿਆ ਪਿਕਨਿਕ ਵਾਲਿਆਂ ਨਾਲ ਤੁਸੀਂ ਗੱਲਬਾਤ ਕਰਦੇ ਪਏ ਜੇ। ਤੇ ਜੇ ਤੁਹਾਡੀ ਇੱਛਾ ਪਿਕਨਿਕ ਵਾਲਿਆਂ ਨਾਲ ਬਾਤ ਕਰਨ ਦੀ ਆ, ਫਿਰ ਲੋਧੀ ਸਟੇਟ ਚਲੇ ਜਾਓ, ਉੱਥੇ ਲੋਧੀ ਪਾਰਕ ਚਲੇ ਜਾਓ, ਸਾਰੇ ਪਿਕਨਿਕ ਵਾਲੇ ਆਏ ਹੁੰਦੇ, ਜਾ ਕੇ ਉਹਨਾਂ ਨਾਲ ਗੱਲਬਾਤ ਕਰ ਲਓ। ਫਿਰ ਗੱਲ ਕਿਉਂ ਕਰ ਰਹੇ ਕਿਸਾਨਾਂ ਨਾਲ? ਸਰਕਾਰ ਹਰ ਕੁਝ ਹਰਕਤਾਂ ਕਰਦੀ ਪਈ ਆ ਇਸ ਅੰਦੋਲਨ ਨੂੰ ਰੱਦ ਕਰਨ ਵਾਸਤੇ, ਇਸ ਅੰਦੋਲਨ ਨੂੰ ਤੋੜਨ ਵਾਸਤੇ। ਇਹੀ ਕਾਰਨ ਆ ਕਿ ਸਰਕਾਰ ਇੱਕ ਪਾਸੇ ਸਰਕਾਰ ਦੇ ਮੀਡੀਆ ਚੈਨਲ ਨੇ ਜਿਹੜੇ ਸਾਰਾ ਦਿਨ ਸਰਕਾਰ ਦੀ ਗੱਲ ਕਰਦੇ ਨੇ ਔਰ ਕਿਸਾਨਾਂ ਨੂੰ ਨਿੰਦਦੇ ਨੇ। ਦੂਜੇ ਪਾਸੇ ਉਹ ਚੈਨਲ ਨੇ ਜਿਹੜੇ ਸੱਚਾਈ ਪੇਸ਼ ਕਰਦੇ ਨੇ। ਅੱਜ ਉਹ ਚੈਨਲ ਵੀ ਬੰਦ ਹੋਣੇ ਸ਼ੁਰੂ ਹੋ ਗਏ ਨੇ। ਜਿਹੜੇ ਸੱਚਾਈ ਪੇਸ਼ ਕਰਦੇ ਨੇ ਉਹ ਡਿਜੀਟਲ ਚੈਨਲਾਂ ਨੂੰ ਡਿਜੀਟਲ ਤੋਂ ਹਟਾਉਣਾ ਸ਼ੁਰੂ ਕਰਤਾ, ਫੇਸਬੁੱਕ ਤੋਂ ਬਲੌਕ ਕਰਨਾ ਸ਼ੁਰੂ ਕਰਤਾ ਹੈ। ਇੱਥੋਂ ਪਤਾ ਲੱਗਦਾ ਪਿਆ ਕਿ ਸਰਕਾਰ ਦੀ ਫਰਸਟ੍ਰੇਸ਼ਨ ਕਿੰਨੀ ਆ। ਇੱਕ ਚੀਜ਼ ਸਿਰਸਾ ਜੀ ਜਿਹੜੀ ਹੈ ਕਿ ਕਿਸਾਨ ਆਗੂਆਂ ਨੇ ਸਾਫ਼ ਕਰ ਦਿੱਤਾ ਹੈ ਕਿ 15 ਤਰੀਕ ਵਾਲੀ ਮੀਟਿੰਗ ਤੋਂ ਵੀ ਸਾਨੂੰ ਉਮੀਦ ਨਹੀਂ, ਅਸੀਂ 26 ਜਨਵਰੀ ਦੀ ਪਰੇਡ ਦੀ ਤਿਆਰੀ ਕਰਾਂਗੇ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਉਸ ਨੂੰ ਲੈ ਕੇ ਸਰਕਾਰ ਲਈ ਵੱਡੀ ਜਿਹੜੀ ਉਹ ਚੇਤਾਵਨੀ ਖੜੀ ਹੋ ਰਹੀ ਆ। ਨਹੀਂ ਦੇਖੋ, ਮੈਂ ਨਹੀਂ ਸਮਝਦਾ ਕਿ ਸਰਕਾਰ ਨੂੰ ਇੱਥੋਂ ਨਹੀਂ ਜਾਣਾ ਚਾਹੀਦਾ। ਅੰਦੋਲਨਕਾਰੀ ਕਿਉਂ ਅੰਦੋਲਨ ਕਰ ਰਹੇ ਆ? ਦੇਖੋ, ਜੇ ਅੰਦੋਲਨਕਾਰੀ ਕਹਿ ਰਹੇ ਹੁੰਦੇ ਨਾ ਵੀ ਸਾਨੂੰ ਰਾਸ਼ਟਰਪਤੀ ਭਵਨ 'ਚ ਬਿਠਾਓ, ਜੇ ਅੰਦੋਲਨਕਾਰੀ ਕਹਿ ਰਹੇ ਹੁੰਦੇ ਕਿ ਸਾਡੇ ਮੁੰਡਿਆਂ ਨੂੰ ਮੰਤਰੀ ਬਣਾਓ, ਜੇ ਅੰਦੋਲਨਕਾਰੀ ਕਹਿ ਰਹੇ ਹੁੰਦੇ ਕਿ ਮੁੰਡੇ ਨੂੰ ਇੱਕ ਨੌਕਰੀ ਦਿਓ, ਤੇ ਮੈਂ ਤੁਹਾਨੂੰ ਦੱਸਦਾ ਹੈ ਜਸਮੀਤ ਜੀ, ਅਸੀਂ ਵੀ ਵਾਪਸ ਚਲੇ ਆਉਣਾ ਸੀ। ਅਸੀਂ ਕਹਿਣਾ ਸੀ ਨਾ, ਅਸੀਂ ਇਹਨਾਂ ਨਾਲ ਨਹੀਂ ਖੜੇ ਹੋਵਾਂਗੇ ਨਾ। ਇਹ ਨਹੀਂ ਗੱਲ। ਉਹ ਤਾਂ ਇੱਕੋ ਗੱਲ ਕਹਿੰਦੇ, ਭਾਈ ਜਿਹੜੇ ਕਿਸਾਨੀ ਬਿੱਲ ਬਣਾਏ ਆ, ਕਿਉਂ ਬਣਾਏ ਆ? ਸਰਕਾਰ ਕਹਿੰਦੀ ਤੁਹਾਡੇ ਫਾਇਦੇ ਲਈ ਬਣਾਏ ਆ। ਕਿਸਾਨ ਕਹਿੰਦਾ ਭਾਈ ਮੈਨੂੰ ਨਹੀਂ ਚਾਹੀਦਾ, ਇਹ ਤੂੰ ਆਪਣਾ ਫਾਇਦਾ ਆਪਣੇ ਘਰ ਰੱਖ ਲਾ, ਮੈਨੂੰ ਫਾਇਦਾ ਨਹੀਂ ਚਾਹੀਦਾ। ਤੁਸੀਂ ਮੇਰੇ ਕੋਲ ਆਏ ਜੇ ਹੁਣ ਇੱਥੇ, ਇਹ ਆਏ ਨੇ ਮੁੰਬਈ ਤੋਂ ਚੱਲ ਕੇ। ਮੈਂ ਇਹਨਾਂ ਨੂੰ ਕਹਾਂ ਕਿ ਸਰਦਾਰ ਸਾਹਿਬ ਆ ਮੈਂ ਤੁਹਾਡੇ ਫਾਇਦੇ ਲਈ ਤੁਹਾਨੂੰ ਚੀਜ਼ ਦੇਣ ਲੱਗਾ। ਇਹਨਾਂ ਕੋਲ ਦੋ ਹੀ ਆਪਸ਼ਨ ਆ ਨਾ, ਜਾਂ ਤਾਂ ਕਹਿਣਗੇ ਮੈਂ ਲੈ ਲੈਣਗੇ, ਜਾਂ ਕਹਿਣਗੇ ਨਹੀਂ ਸਰਦਾਰ ਸਾਹਿਬ ਤੁਸੀਂ ਆਪਣੀ ਆਪਣੇ ਕੋਲ ਰੱਖ ਲਓ। ਕਿਸਾਨ ਕਹਿ ਰਿਹਾ ਭਾਈ ਮੈਨੂੰ ਤੇਰਾ ਚਾਹੀਦਾ ਹੀ ਕੁਝ ਨਹੀਂ, ਆਹ ਬਿੱਲ ਤੂੰ ਆਪਣੇ ਕੋਲ ਰੱਖ ਲਾ। ਤੇ ਇਹਦੇ ਪਿੱਛੇ ਕਿਸਾਨ ਲੜਦਾ ਪਿਆ ਹੈ। ਔਰ ਤੁਸੀਂ ਅੱਜ ਅਗਰ ਇਹ ਨੌਬਤ ਲੈ ਕੇ ਆਓ ਕਿ 26 ਜਨਵਰੀ ਨੂੰ ਉਹ ਪਰੇਡ ਵਾਲੇ ਪਾਸੇ ਜਾਵੇ, ਇਹ ਫਿਰ ਸਰਕਾਰ ਦਾ ਕਸੂਰ ਆ? ਕਿਹਦਾ ਕਸੂਰ ਆ? ਸਰਕਾਰ ਦਾ। ਦਿੱਲੀ ਵਾਸੀ ਵੀ ਨਾਲ ਹਮਾਇਤ ਕਰਨਗੇ ਪੂਰੀ। ਅਸੀਂ ਤਾਂ ਡਟ ਕੇ ਖੜੇ ਹਾਂ। ਜੇ 26 ਜਨਵਰੀ ਨੂੰ ਉੱਧਰ ਜਾਣਗੇ ਉੱਧਰ ਚੱਲ ਪਾਂਗੇ। ਜੇ ਹੱਲ ਪਹਿਲਾਂ ਹੋ ਜਾਊਗਾ ਪੰਜਾਬ ਵੱਲ ਜਾਣਗੇ, ਲੰਗਰ ਪਾਣੀ ਛਕਾ ਕੇ ਪੰਜਾਬ ਵੱਲ ਤੋਰਾਂਗੇ। ਜੇ ਪਹਿਲਾਂ ਹੱਲ ਕੱਢ ਦੂਗੀ ਸਰਕਾਰ ਤੇ ਜੇ ਨਹੀਂ ਕੱਢੂਗੀ, ਜਦੋਂ ਦਿੱਲੀ ਵੱਲ ਨੂੰ ਕੂਚ ਕਰਨਗੇ, ਅਸੀਂ ਦਿੱਲੀ ਖੜੇ ਹੋਵਾਂਗੇ ਦੋਵੇਂ ਬਾਹਾਂ ਖੋਲ ਕੇ ਉਹਨਾਂ ਨੂੰ ਰਿਸੀਵ ਕਰਨ ਵਾਸਤੇ। ਸੋ ਬਿਲਕੁਲ ਦਿੱਲੀ ਕਮੇਟੀ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ, ਚਾਹੇ ਕਿਸਾਨ ਜੋ ਵੀ ਫੈਸਲਾ ਲੈਣ। ਮੁੰਬਈ ਤੋਂ ਵੀ ਸੰਗਤ ਆਈ ਹੋਈ, ਉਹਨਾਂ ਨਾਲ ਗੱਲ ਕਰਦੇ ਆ। ਬਾਬਾ ਜੀ ਕੀ ਨਾਮ ਹੈ, ਕਿਹੜੀ ਜਗ੍ਹਾ ਤੋਂ? ਇਸ ਅੰਦੋਲਨ ਦੇ ਵਿੱਚ ਆ ਕੇ ਕੀ ਕੁਝ ਦੇਖਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੰਬੇ ਤੋਂ ਚਲਤੇ ਨਵੀਂ ਬੰਬੀ ਤੋਂ ਗੁਰਦੁਆਰਾ ਸਿੰਘ ਸਭਾਵਾਂ ਜਿੰਨੀਆਂ ਵੀ ਸਾਰੀਆਂ ਸਾਡੀਆਂ ਕਮੇਟੀਆਂ ਰਲ ਕੇ ਜਦੋਂ ਦੇਖਿਆ ਕਿ ਸਾਡੇ ਵੀਰ ਸੰਘਰਸ਼ ਕਰ ਰਿਹਾ, ਕਿਸਾਨ ਵੀਰ, ਐਡਾ ਤਗੜਾ ਅੰਦੋਲਨ ਅਜੇ ਤੱਕ ਸਾਨੂੰ ਵੇਖਣ ਨੂੰ ਨਹੀਂ ਮਿਲਿਆ। ਤੇ ਸਾਡੇ ਵੀ ਪਤਵੰਤੇ ਸੱਜਣਾ ਨੇ ਵਿਚਾਰ ਕੀਤੀ ਕਿ ਆਪਾਂ ਉਹਨਾਂ ਦੇ ਮੋਢੇ ਦਾ ਨਾਲ ਮੋਢਾ ਜੋੜੀਏ, ਜਾ ਕੇ ਉਹਨਾਂ ਦੀ ਹਰ ਇੱਕ ਜਿਸ ਪੱਖੋਂ ਵੀ ਅਸੀਂ ਕਰ ਸਕਦੇ ਹਾਂ ਸਹਾਇਤਾ। ਵੈਸੇ ਸਹਾਇਤਾ ਤਾਂ ਇੱਥੇ ਇੰਨੀ ਕੁ ਹੋ ਰਹੀ ਹੈ ਕਿ ਸਾਡਾ ਅਸੀਂ ਕੱਲ੍ਹ ਦਾ ਆਏ ਵੇਖ ਕੇ ਤੇ ਦਿਲ ਗਦਗਦ ਉੱਠਿਆ ਕਿ ਸਾਡੀ ਸਿੱਖ ਕੌਮ ਜਦੋਂ ਵੀ ਅੱਗੇ ਲੱਗ ਕੇ ਸਾਨੂੰ ਇਹ ਸਾਡਾ ਵੱਡੇ ਭਾਗ ਆ ਕਿ ਸਾਨੂੰ ਇਹ ਜਿਹੜਾ ਅੰਦੋਲਨ ਆ ਇਹਦੇ ਮੋਹਰੇ ਲੱਗ ਕੇ ਕਰਨ ਦਾ ਮੌਕਾ ਮਿਲਿਆ। ਵੈਸੇ ਇਹ ਸਾਡੀਆਂ ਜੋ ਸਾਡੇ ਹਿੰਦੂ ਵੀਰ ਆ, ਸਾਡੇ ਮੁਸਲਿਮ ਵੀਰ ਆ, ਸਾਰੇ ਨਾਲ ਇੱਥੇ ਵੇਖਣ ਨੂੰ ਮਿਲਦੇ। ਸੇਵਾਵਾਂ ਚੱਲ ਰਹੀਆਂ, ਫ੍ਰੀ ਆਫ ਕੋਸਟ ਸੇਵਾਵਾਂ ਚੱਲ ਰਹੀਆਂ ਵਾ। ਦਿਲ ਗਦਗਦ ਹੋ ਰਿਹਾ। ਬਿਲਕੁਲ ਜਿਹੜਾ ਮੁੰਬਈ ਤੋਂ ਵੀ ਸੰਗਤ ਆਈ ਹੈ, ਸਾਫ਼ ਤੌਰ ਤੇ ਇਹਨਾਂ ਨੇ ਕਿਹਾ ਕਿ ਇੱਥੋਂ ਦੀ ਵਿਵਸਥਾ ਦੇਖ ਕੇ ਦਿਲ ਖੁਸ਼ ਆ ਉਹਨਾਂ ਦਾ ਕਿ ਕੀ ਵਿਵਸਥਾ, ਕਿਸ ਡਿਸਪਲਿਨ ਦੇ ਨਾਲ ਤਮਾਮ ਜਿਹੜੀ ਆ ਚੀਜ਼ ਉਹ ਇੱਥੇ ਚੱਲ ਰਹੀ ਹੈ। ਔਰ ਬਕਾਇਦਾ ਮੁੰਬਈ ਤੋਂ ਜਿਹੜਾ ਤਮਾਮ ਜ਼ਰੂਰੀ ਸਮਾਨ ਉਹ ਵੀ ਕਿਸਾਨਾਂ ਲਈ ਲੈ ਕੇ ਇਹ ਸੰਗਤ ਪਹੁੰਚੀ ਹੈ। ਕੈਮਰਾ ਪਰਸਨ ਪ੍ਰਦੀਪ ਰਾਣਾ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਸਿੰਘੂ ਬਾਰਡਰ। ਗੁੰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਇਸੇ ਤਰ੍ਹਾਂ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਆਪ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਠੰਡ ਦੇ ਮੌਸਮ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਕੰਬਲ ਮੁਹੱਈਆ ਕਰਵਾਏ ਗਏ। ਜਾਇਜ਼ਾ ਲਿਆ ਸਾਡੇ ਸਹਿਯੋਗੀ ਜਸਮੀਤ ਸਿੰਘ ਨੇ।
ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਔਰ तमाम ਕਿਸਾਨਾਂ ਦੇ ਲਈ ਜਿਹੜਾ ਉਹ ਇੰਤਜ਼ਾਮ ਵੀ ਪੂਰਾ ਕੀਤਾ ਜਾ ਰਿਹਾ ਹੈ ਕਿਉਂਕਿ ਸਰਦੀ ਵੀ ਲਗਾਤਾਰ ਵੱਧ ਰਹੀ ਹੈ। ਆਸ-ਪਾਸ ਦੇ ਇਲਾਕੇ ਵਿੱਚ ਬਰਸਾਤ ਵੀ ਹੋ ਰਹੀ ਹੈ। ਦਿੱਲੀ ਕਮੇਟੀ ਤੋਂ ਸਾਰੀ ਟੀਮ ਇਸ ਵੇਲੇ ਮੌਜੂਦ ਹੈ। ਬੀਤੇ ਦਿਨੀ ਜਿੱਥੇ ਵਾਟਰਪ੍ਰੂਫ ਜਿਹੜੇ ਸ਼ੂਜ਼ ਵੰਡੇ ਗਏ, तमाम ਤਰਪਾਲਾਂ, ਹੋਰ ਜ਼ਰੂਰੀ ਸਮਾਨ ਵੰਡਿਆ ਗਿਆ, ਉੱਥੇ ਅੱਜ ਜਿਹੜਾ ਹੈ ਟਰਾਲੀਆਂ ਦੇ ਲਈ ਜਿਹੜਾ ਕੰਬਲ ਤੇ ਹੋਰ ਗਰਮ ਜੋ ਸਮਾਨ ਹੈ ਉਹ ਲੈ ਕੇ ਆਂਦਾ ਗਿਆ ਤਾਂ ਜੋ ਟਰਾਲੀਆਂ ਤੱਕ ਸਮਾਨ ਪਹੁੰਚੇ ਔਰ ਕਿਸਾਨਾਂ ਨੂੰ ਜਿਹੜੀ ਕੋਈ ਸਮੱਸਿਆ ਨਾ ਆਵੇ। ਕੇਪੀ ਜੀ ਨਾਲ ਨੇ। ਕੇਪੀ ਜੀ, ਲਗਾਤਾਰ ਜਿਹੜਾ ਹੈ ਦਿੱਲੀ ਕਮੇਟੀ ਪਹਿਲੇ ਦਿਨ ਤੋਂ ਡਟੀ ਹੋਈ ਹੈ, ਬਾਰਿਸ਼ ਵੀ ਹੋਈ ਹੈ, ਠੰਡ ਵੀ ਵੱਧ ਰਹੀ ਹੈ, ਕੀ ਕੁਝ ਇੰਤਜ਼ਾਮ ਹੋਰ ਕਰ ਰਹੇ ਹੋ ਨਵਾਂ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਅੱਜ ਕਿਸਾਨ ਵੀਰਾਂ ਨੂੰ 45 ਦਿਨ ਹੋ ਗਏ ਨੇ ਇੱਥੇ ਬੈਠੇ। ਜਿਸ ਦਿਨ ਤੇ ਕਿਸਾਨ ਵੀਰ ਜੀ ਬੈਠੇ ਨੇ ਉਸ ਦਿਨ ਦਾ ਹੀ ਪਹਿਲੇ ਦਿਨ ਤੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਪਹਿਲੇ ਇੱਥੇ ਲੰਗਰ ਲਾਏ। ਫਿਰ ਉਹਨਾਂ ਨੇ ਜਿਵੇਂ ਜਿਵੇਂ ਸੁਰਤ ਦੇਖੀ ਵੀ ਕਿਸਾਨ ਵੀਰਾਂ ਨੂੰ ਕੀ ਚੀਜ਼ ਲੋੜ ਹੈ ਉਹ ਪੂਰੀ ਚੀਜ਼ ਪ੍ਰੋਵਾਈਡ ਕੀਤੀ। ਹੁਣ ਜਿੱਥੇ ਪਿੱਛੇ ਬਰਸਾਤਾਂ ਆਈਆਂ ਤੇ ਦਿੱਲੀ ਗੁਰਦੁਆਰਾ ਕਮੇਟੀ ਨੇ 25 ਬੱਸਾਂ ਤਿਆਰ ਕਰਾ ਕੇ ਇੱਥੇ ਭੇਜੀਆਂ ਵੀ ਜਿਹੜੇ ਕਿਸਾਨ ਵੀਰ ਬਾਹਰ ਸੋ ਰਹੇ ਨੇ ਉਹ ਬੱਸਾਂ ਦੇ ਵਿੱਚ ਸੌਣ। ਹਰ ਜਗ੍ਹਾ ਲੰਗਰ ਲਾਏ ਨੇ, ਗਾਜੀਪੁਰ ਵੀ, ਟਿਕਰੀ ਬਾਰਡਰ, ਸੰਗੂ ਬਾਰਡਰ, ਇੱਥੇ 24 ਘੰਟੇ ਲੰਗਰ ਚੱਲ ਰਹੇ ਨੇ। ਔਰ ਜਿਹੜੀ ਕਿਸਾਨ ਵੀਰਾਂ ਨੂੰ ਲੋੜ ਹੈ ਉਹ ਹਰ ਚੀਜ਼ ਪ੍ਰੋਵਾਈਡ ਕਰਾ ਰਹੇ ਹਾਂ। ਅੱਜ ਸਾਡੇ ਇੱਥੇ ਮਲਕਾਗੰਜ ਗੁਰਦੁਆਰਾ ਕਮੇਟੀ, ਭਾਰਤਨਗਰ ਗੁਰਦੁਆਰਾ ਕਮੇਟੀ ਦੇ ਇੱਥੇ ਕੰਬਲ ਲੈ ਕੇ ਆਏ ਨੇ, ਜਰਾਬਾਂ ਲੈ ਕੇ ਆਏ ਨੇ, ਕਿਸਾਨ ਵੀਰਾਂ ਨੂੰ ਉਹ ਦੇਣ ਵਾਸਤੇ ਲਿਆਏ ਨੇ। ਔਰ ਜਦ ਤੱਕ ਕਿਸਾਨ ਵੀਰਾਂ ਦਾ ਇੱਥੇ ਮੋਰਚਾ ਚੱਲੇਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਉਹਨਾਂ ਦੇ ਨਾਲ ਖੜੀ ਹੈ ਔਰ ਜਿਸ ਚੀਜ਼ ਦੀ ਵੀ ਲੋੜ ਪਏਗੀ ਉਹ ਹਰ ਚੀਜ਼ ਪ੍ਰੋਵਾਈਡ ਕੀਤੀ ਜਾਏਗੀ। ਔਰ ਮੈਡੀਕਲ ਸੇਵਾਵਾਂ ਵੀ ਲਗਾਤਾਰ ਜਾਰੀ ਨੇ। ਇਸ ਤੋਂ ਇਲਾਵਾ ਤੁਹਾਡੀ ਟੀਮ ਜਿਹੜੀ ਹੈ ਉਹ ਟੀਮ ਪਹਿਲੇ ਦਿਨ ਤੋਂ ਉੱਥੇ ਡਟੀ ਹੋਈ ਹੈ। ਸਾਡੇ ਇੱਥੇ ਅਸੀਂ ਪੂਰੇ ਡਾਕਟਰ ਦੀ ਟੀਮ ਬਿਠਾਈ ਹੋਈ ਹੈ, ਦਵਾਈਆਂ ਵੀ ਫ੍ਰੀ ਪ੍ਰੋਵਾਈਡ ਕਰਾ ਰਹੇ ਹਾਂ। ਅਸੀਂ ਕਿਸਾਨ ਕਿਸੇ ਵੀ ਕਿਸਮ ਦੀ ਦਵਾਈਆਂ ਹੋਣ, ਕੋਈ ਵੀ ਚੀਜ਼ ਲੋੜ ਹੋਵੇ। ਹੁਣ ਅੱਜ ਉੱਥੋਂ ਸ਼ੀਸ਼ਗੰਜ ਜੱਥਾ ਸੇਵਕ ਜੱਥਾ ਮੰਗਾਇਆ ਜਿਹੜੇ ਕਿ ਇੱਥੇ ਜੋੜੇ ਪਾਲਿਸ਼ ਕਰ ਰਹੇ ਨੇ। ਜੋੜੇ ਵੀ ਨਵੇਂ ਰੱਖੇ ਨੇ, ਜਿਹਨੇ ਵੀਰਾਂ ਕੋਲ ਜੋੜੇ ਨਹੀਂ ਨੇ, ਜਿਨ ਵੀਰਾਂ ਜੋੜੇ ਨੂੰ ਦੇ ਰਹੇ ਨੇ ਉੱਥੇ ਪਾਲਿਸ਼ ਕਰਾ ਰਹੇ ਨੇ। ਹਰ ਚੀਜ਼ ਦੀ ਪ੍ਰੋਵਾਈਡ ਕਰ ਰਹੇ ਹਾਂ। ਸੋ ਬਿਲਕੁਲ ਦਿੱਲੀ ਕਮੇਟੀ ਦੀ ਟੀਮ ਇਸ ਵੇਲੇ ਡਟੀ ਹੋਈ ਹੈ। ਤੁਹਾਨੂੰ ਹੋਰ ਤਸਵੀਰਾਂ ਜਿਹੜੀਆਂ ਨੇ ਉਹ ਸਾਂਝੀਆਂ ਨਾਲ ਕਰ ਦਿੰਦੇ ਆ ਕਿ ਬਕਾਇਦਾ ਕਿਸਾਨਾਂ ਵਾਸਤੇ ਕੰਬਲ, ਗਰਮ ਜੋ ਕੱਪੜੇ ਨੇ ਉਹ ਲਿਆਂਦੇ ਗਏ ਨੇ। ਔਰ ਦੂਸਰੇ ਪਾਸੇ ਕਿਉਂਕਿ ਬਰਸਾਤ ਲਗਾਤਾਰ ਜਾਰੀ ਹੈ, ਆਸ-ਪਾਸ ਦੇ ਇਲਾਕੇ ਦੇ ਵਿੱਚ ਚਿੱਕੜ ਹੈ, ਸੋ ਦਿੱਲੀ ਦੀ ਸੰਗਤ ਜਿਹੜੀ ਹੈ ਉਹ ਸੇਵਾ ਕਰ ਰਹੀ ਹੈ। ਉਹ ਸੇਵਾ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ। ਬਕਾਇਦਾ ਸੀਸਗੰਜ ਸਾਹਿਬ ਤੋਂ ਇਹ ਜੱਥਾ ਆਇਆ ਹੈ ਔਰ ਕਿਸਾਨਾਂ ਦੇ ਜਿਹੜੇ ਨੇ ਜੋੜੇ ਸਾਫ਼ ਕਰਨ ਦੀ ਉਹ ਸੇਵਾ ਕੀਤੀ ਜਾ ਰਹੀ ਹੈ। ਇਸ ਵੇਲੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ, ਦਿੱਲੀ ਦੀ तमाम ਸੰਗਤ ਹੈ ਜੋ ਇੱਥੇ ਇਸ ਵੇਲੇ ਸੇਵਾ ਨਿਭਾ ਰਹੀ ਹੈ ਕਿਉਂਕਿ ਲਗਾਤਾਰ ਜਿਹੜਾ ਹੈ ਕਿਸਾਨ ਇੱਥੇ ਡਟੇ ਹੋਏ ਨੇ। ਮੌਸਮ ਵੀ ਖਰਾਬ ਹੈ ਔਰ ਅਜਿਹੇ 'ਚ ਜਿੱਥੇ ਕਿਸਾਨਾਂ ਦੇ ਕੱਪੜੇ ਗਿੱਲੇ ਹੋ ਜਾਂਦੇ ਨੇ ਉੱਥੇ ਹੀ ਚਿੱਕੜ ਔਰ ਪਾਣੀ ਕਰਕੇ ਜਿਹੜਾ ਹੈ ਉਹ ਬੂਟ ਜਰਾਬਾਂ ਵੀ ਜਿਹੜੀਆਂ ਨੇ ਉਹ ਖਰਾਬ ਹੁੰਦੀਆਂ ਨੇ। ਉਸ ਨੂੰ ਲੈ ਕੇ तमाम ਸੰਗਤ ਇਸ ਵੇਲੇ ਸੇਵਾ ਨਿਭਾ ਰਹੀ ਹੈ। ਸੋ ਇੱਕ ਵੱਖਰੀ ਮਿਸਾਲ ਜਿਹੜੀ ਇਸ ਅੰਦੋਲਨ ਦੀ ਉਹ ਸਾਹਮਣੇ ਆ ਰਹੀ ਹੈ। ਵੱਖਰੀਆਂ ਤਸਵੀਰਾਂ ਜਿਹੜੀਆਂ ਨੇ ਸੇਵਾ ਭਾਵਨਾ ਦੀਆਂ ਉਹ ਸਾਹਮਣੇ ਆ ਰਹੀਆਂ ਨੇ। ਕੈਮਰਾ ਪਰਸਨ ਪ੍ਰਦੀਪ ਰਾਣਾ ਦੇ ਨਾਲ ਜਸਮੀਤ ਸਿੰਘ, PTC ਨਿਊਜ਼, ਸਿੰਘੂ ਬਾਰਡਰ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲੰਗਰਾਂ ਦੇ ਸਟਾਲ ਕਿਸਾਨਾਂ ਦੇ ਵਾਸਤੇ ਲਗਾਤਾਰ ਲਗਾਏ ਹੋਏ ਨੇ ਤੇ ਇਸ ਵਾਰ ਵੀ ਗਾਜ਼ੀਪੁਰ ਬਾਰਡਰ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲੰਗਰ ਲਗਾਇਆ ਹੋਇਆ। ਜਾਇਜ਼ਾ ਲਿਆ ਸਾਡੇ ਸਹਿਯੋਗੀ ਹਰਪ੍ਰੀਤ ਸਿੰਘ ਪੰਦੇਸ਼ਾ ਨੇ। ਗਾਜ਼ੀਪੁਰ ਬਾਰਡਰ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਲੰਗਰ ਚੱਲਦਿਆਂ ਨੂੰ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰੀਏ ਕਿ ਇਹ ਲੋਕ ਲਗਾਤਾਰ ਇੱਥੇ ਲੰਗਰ ਦੀ ਸੇਵਾ ਨੂੰ ਨਿਭਾ ਰਹੇ ਨੇ। ਇੱਥੇ ਦਿੱਲੀ ਕਮੇਟੀ ਦੇ ਜਿਹੜੇ ਮੈਂਬਰ ਨੇ ਭੁਪਿੰਦਰ ਸਿੰਘ ਭੁੱਲਰ ਉਹ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ ਕਿ ਕਿਵੇਂ ਪਿਛਲੇ 1 ਮਹੀਨੇ ਤੋਂ ਸੇਵਾ ਚੱਲ ਰਹੀ ਹੈ। ਭੁੱਲਰ ਸਾਹਿਬ, 1 ਮਹੀਨਾ ਤੋਂ ਉੱਪਰ ਹੋ ਗਿਆ ਸੇਵਾ ਕਰਦਿਆਂ ਨੂੰ, ਕਿਵੇਂ ਦਾ ਇੰਤਜ਼ਾਮ ਤੇ ਕੀ ਮਾਹੌਲ ਹੈ? ਅੱਜ ਲਗਭਗ 1.25 ਮਹੀਨਾ ਹੋ ਗਿਆ ਸਾਨੂੰ ਇੱਥੇ ਗਾਜ਼ੀਪੁਰ ਬਾਰਡਰ ਔਰ ਬੜੀ ਸਾਨੂੰ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਜਿਸ ਦਿਨ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ ਔਰ ਸਭ ਤੋਂ ਪਹਿਲੇ ਦਿਨ ਧਰਨਾ ਪ੍ਰਦਰਸ਼ਨ ਲੱਗਾ ਸੀ, ਸਭ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਇੱਥੇ ਲੰਗਰ ਪ੍ਰਸ਼ਾਦੇ ਦਾ ਲੰਗਰ ਲਾਇਆ ਸੀ। ਸਭ ਤੋਂ ਪਹਿਲਾਂ ਅਸੀਂ ਲੋਕ ਹੀ ਪਹੁੰਚੇ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਮਾਹੌਲ ਬਹੁਤ ਵਧੀਆ ਹੈਗਾ। ਪਹਿਲਾਂ ਬੰਗਲਾ ਸਾਹਿਬ ਗੁਰਦੁਆਰੇ ਤੋਂ ਪ੍ਰਸ਼ਾਦੇ ਤਿਆਰ ਹੋ ਕੇ ਆਉਂਦੇ ਸੀ, ਹੁਣ ਜਦੋਂ ਇੱਥੇ ਸੰਗਤ ਵਧੀ ਤੇ ਫਿਰ ਆਪ ਜੀ ਦੇ ਸਾਹਮਣੇ ਅੱਜ ਤੁਸੀਂ ਦੇਖੋਗੇ ਸਾਡੀ ਰਸੋਈ ਹੈਗੀ ਆ। ਅਸੀਂ ਇੱਥੇ ਪੂਰਾ ਇੰਤਜ਼ਾਮ ਇੱਥੇ ਕੀਤਾ ਹੋਇਆ, ਸਾਰਾ ਲੰਗਰ ਪ੍ਰਸ਼ਾਦਾ ਇੱਥੇ ਬਣਦਾ। ਚਾਹ ਪਕੌੜਿਆਂ ਦਾ ਲੰਗਰ 24 ਘੰਟੇ ਚੱਲਦਾ ਕਿਉਂਕਿ ਰਾਤ ਦੇ ਟਾਈਮ ਵੀ ਇੱਥੇ ਸੰਗਤ ਜਿਹੜੀ ਹੈਗੀ ਉਹ ਸੌਂਦੀ ਨਹੀਂ ਹੈਗੀ। ਕਿਸਾਨ ਜਿਹੜੇ ਨੇ ਉਹ ਮਤਲਬ ਆਉਂਦੇ ਨੇ, ਬਾਹਰੋਂ ਵੀ ਆਉਂਦੇ ਨੇ ਕੋਈ, ਅਤੇ ਉਹ ਰਾਤ ਨੂੰ ਚਾਹ ਪਕੌੜਿਆਂ ਦਾ ਲੰਗਰ ਬਹੁਤ ਵਧੀਆ ਤਰੀਕੇ ਨਾਲ ਚੱਲਦਾ। ਲੇਕਿਨ ਜਦੋਂ ਬਰਸਾਤ ਆਈ ਉਹਦੇ 'ਚ ਔਕੜਾਂ ਆਈਆਂ ਕਿਉਂਕਿ ਕਈਆਂ ਥਾਵਾਂ ਤੇ ਹੋਇਆ ਕਿ ਕਿਤੇ ਰਸਦ ਭਿੱਜ ਗਈ, ਦਿੱਕਤ ਬੜੀ ਆਈ। ਨਹੀਂ, ਐਕਚੁਅਲੀ ਕੀ ਬਾਰਿਸ਼ ਇੱਕਦਮ ਆ ਗਈ ਸੀ ਔਰ ਇਹ ਜਿਹੜੀ ਜਗ੍ਹਾ ਤੇ ਆਪਾਂ ਖੜੇ ਹੋਏ ਆ ਇਹਦੇ ਆਸ-ਪਾਸ ਇਹ ਪੁਲ ਦੇ ਇੱਕਦਮ ਡਾਊਨ ਸਾਈਡ ਤੇ ਹੈਗੀ ਆ ਤੇ ਪਾਣੀ ਬਹੁਤ ਜ਼ਿਆਦਾ ਆ ਗਿਆ ਸੀ, ਉਹਦੇ ਵਿੱਚ ਕਾਫੀ ਮੁਸ਼ਕਲ ਹੋਈ ਸੀ। ਬਟ ਲੇਕਿਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਔਰ ਸਾਡੇ ਪੂਰੀ ਟੀਮ ਨੇ ਬਹੁਤ ਜਲਦੀ ਇਹਨੂੰ ਮੈਨੇਜ ਕਰ ਲਿਆ ਸੀ। ਕੈਮਰਾਮੈਨ ਵਿਕਰਮ ਡੋਗਰਾ ਦੇ ਨਾਲ ਹਰਪ੍ਰੀਤ ਸਿੰਘ, ਗਾਜ਼ੀਪੁਰ ਬਾਰਡਰ। ਗੁਰਜਾ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਹੈ ਨਹੀਂ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਇਸ ਪ੍ਰੋਗਰਾਮ ਦੇ ਸੰਬੰਧੀ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡੇ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.com। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਖਾਸ ਪੇਸ਼ਕਸ਼ ਲੈ ਕੇ ਮੁੜ ਤੋਂ ਹੋਵਾਂਗੇ ਹਾਜ਼ਰ। ਧੰਨਵਾਦ।